सतगुरां दी साजी नवाजी गुरु रो प्यारे साध संगत जी, गुरु दरबार विच नितनेम कर्म अनुसार आपो अपनियां हाजरियां भरदे हैं। सिख जगत दे अंदर इन्हां दिनां दे विच साहिब श्री गुरु गोबिंद सिंह जी महाराज जियां दे वड्डे अते छोटे साहिबजादियां दी लाशानी शहादत होई है। माता गुजर कौर जी इन्हां दिनां दे विच आनंदपुर साहिब तो चले सरसा पार करदे छोटे साहिबजादियां नूं कुम्मे मासकी दे घर पहुंचे। दूसरे दिन दी साहिबजादियां दी पेशी है जिहड़ी वो पई है। जुल्म करन वालियां ने अति जुल्म कीता है, क्योंकि इस्लाम शरह दे विच कुछ नियम ने बच्चे दा अते बुढ़े दे शरीर दे विचों खून नहीं कढ़िया जांदा, इस्लाम दे शरह दे विच नहीं आउंदा। पर इन्हां जिहड़ा मनुख जालम हो जे, जुल्म करन लग जे, वो दुनिया दे विच किसी भी धर्म दा मनुख नहीं हो सकता। ठीक है कि जितने भी समाज दे विच मनुख पैदा होए ने वो किसी ना किसी धर्म दे नाल संबंधित जरूर रखते ने। पर फिर भी जिहड़ा कोई जुल्म करे बच्चों ते बुढ़ियां ते जां किसी भी उम्र दे विच जिहड़ा बंदा जुल्म करदा है वो किसी दा भी धर्म दा नहीं हो सकता। बड़ा जुल्म कीता है, गलेलां मारियां ने साहिबजादियां दे। पेशी तो बाद माता जी कोल साहिबजादे गए ने। रात का समा होया, कई दिनां दे भुखे ने। बस आनंदपुर साहिब छड्डण तो बाद एक दिन जिस दिन कुम्मे मासकी दे घरे गए ने साहिबजादे ते माता गुजर कौर जी, उस दिन उन्हां दे कुम्मे मासकी दी गवांढण सी माया ब्रह्मणी। जदों उन्होंने इस गल का पता लग्या कि माता जी अते छोटे साहिबजादे कुम्मे मासकी दे घर ने, उसे दिन ही शाम दे टाइम छोटे साहिबजादियां नूं अते माता गुजर कौर जियां वास्ते वो लक्ष्मी ब्रह्मणी मसरां दी दाल दे नाल प्रशादा लेके आई है।
ਮਸਰਾਂ ਦੀ ਦਾਲ ਦੇ ਨਾਲ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਜੀ ਨੂੰ ਇਹਨੇ ਪ੍ਰਸ਼ਾਦਾ ਛਕਾਇਆ ਤੇ ਸੇਵਾ ਕੀਤੀ ਹੈ। ਇਸੇ ਦਿਨ ਦਾ ਛਕਿਆ ਹੋਇਆ ਪ੍ਰਸ਼ਾਦਾ ਭਾਵੇਂ ਗੰਗੂ ਬ੍ਰਾਹਮਣ ਨੇ ਵੀ ਪ੍ਰਸ਼ਾਦਾ ਦਿੱਤਾ ਸੀ, ਪਰ ਉਹ ਪ੍ਰਸ਼ਾਦਾ ਸਾਹਿਬਜ਼ਾਦਿਆਂ ਨੇ ਛਕਿਆ ਨਹੀਂ ਸੀ। ਔਰ ਉਹ ਪ੍ਰਸ਼ਾਦਾ ਉਹਨੇ ਦਿੱਤਾ ਹੀ ਇਹੋ ਜਿਹਾ ਸੀ ਜਿਹੜਾ ਛਕਣ ਦੇ ਬਿਲਕੁਲ ਵੀ ਲਾਇਕ ਨਹੀਂ ਸੀ। ਦੋ ਦਿਨਾਂ ਦੀ ਪੇਸ਼ੀ ਤੱਕ ਆਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਸ਼ਹਾਦਤ ਤੱਕ ਸਾਹਿਬਜ਼ਾਦਿਆਂ ਨੇ ਇੱਕ ਡੰਗ ਦਾ ਭੋਜਨ ਛਕਿਆ ਹੈ। ਕੁੰਮੇ ਮਾਸਕੀ ਦੇ ਜਿਸ ਦਿਨ ਘਰੇ ਗਏ ਨੇ ਸ਼ਾਮ ਨੂੰ, ਉਸੇ ਦਿਨ ਲਕਸ਼ਮੀ ਬ੍ਰਹਮਣੀ ਨੇ ਇਹਨਾਂ ਨੂੰ ਮਸਰਾਂ ਦੀ ਦਾਲ ਨਾਲ ਪ੍ਰਸ਼ਾਦਾ ਛਕਾਇਆ ਹੈ। ਬਹੁਤ ਸਾਰੇ ਦੁਨੀਆ ਦੇ ਵਿੱਚ ਤਕਰੀਬਨ ਉਸੇ ਏਰੀਏ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ, ਸਰਹੰਦ, ਇਸ ਸਾਰੇ ਏਰੀਏ ਦੇ ਵਿੱਚ ਹਜੇ ਤੱਕ ਵੀ ਇਹਨਾਂ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਮਸਰਾਂ ਦੀ ਦਾਲ ਹੀ ਬਣਦੀ ਹੈ। ਹਜੇ ਤੱਕ ਵੀ ਮਸਰਾਂ ਦੀ ਦਾਲ ਬਣਦੀ ਹੈ। ਔਰ ਜਿਹੜੇ ਸੂਝਵਾਨ ਲੋਕ ਨੇ, ਜਿਹੜੇ ਗੁਰੂ ਸਾਹਿਬ ਜੀ ਮਹਾਰਾਜਿਆਂ ਦੇ ਦੱਸੇ ਹੋਏ ਮਾਰਗ ਤੇ ਚੱਲਣ ਵਾਲੇ ਨੇ, ਉਹ ਤਕਰੀਬਨ ਇਹਨਾਂ ਦਿਨਾਂ ਦੇ ਵਿੱਚ ਕੋਈ ਬਹੁਤਾ ਰੱਜ ਕੇ ਭੋਜਨ ਛਕ ਕੇ ਬਹੁਤਾ ਸੌਂਦੇ ਨਹੀਂ ਹੈ। ਜਿੰਨਾ ਕੁ ਤਾਂ ਅਸੀਂ ਧਾਰਮਿਕ ਕਰਮ ਕਰਦੇ ਹਾਂ ਉਹ ਤਾਂ ਕਰਦੇ ਹੀ ਹਾਂ। ਅੰਮ੍ਰਿਤ ਵੇਲੇ ਉੱਠਣਾ ਹੈ, ਮਹਾਰਾਜ ਦੇ ਘਰ ਵਿੱਚ ਆਉਣਾ ਹੈ, ਬਾਣੀ ਪੜ੍ਹਨੀ ਹੈ, ਸੁਣਨੀ ਹੈ, ਕਥਾ ਕੀਰਤਨ ਕਰਨੀ, ਸੁਣਨੀ ਹੈ। ਇੰਨਾ ਕੁ ਤਾਂ ਅਸੀਂ ਨਿੱਤ ਹੀ ਕਰਦੇ ਹਾਂ। ਸ਼ਾਮ ਦੇ ਟਾਈਮ ਵੀ 10 ਮਿੰਟ ਬੈਠਦੇ ਹਾਂ। ਪਰ ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਸਿੱਖ ਦਾ ਇਹ ਫਰਜ਼ ਹੈ ਕਿ ਉਹ ਵੱਧ ਤੋਂ ਵੱਧ ਸਮਾਂ ਬੈਠ ਕੇ ਸਿਮਰਨ ਕਰੇ। ਧੰਨ ਸੀ ਮਾਤਾ ਗੁਜਰ ਕੌਰ ਜੀ, ਠੰਡੇ ਬੁਰਜ ਦੇ ਵਿੱਚ ਸਾਹਿਬਜ਼ਾਦੇ ਦੂਸਰੇ ਦਿਨ ਦੀ ਪੇਸ਼ੀ ਤੋਂ ਆਏ ਨੇ। ਬੜੀਆਂ ਉਹਨਾਂ ਦੇ ਚੋਟਾਂ ਮਾਰੀਆਂ ਹੋਈਆਂ ਨੇ, ਤਸੀਹੇ ਦਿੱਤੇ ਹੋਏ ਨੇ। ਠੰਡੇ ਬੁਰਜ ਦੇ ਵਿੱਚ ਕਹਿੰਦੇ ਠੁਰ ਠੁਰ ਕਰਦੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀਆਂ ਦੇ ਕੋਲ ਆਏ। ਬੁੱਕਲ ਦੇ ਵਿੱਚ ਲੈਤੇ ਮਾਤਾ ਗੁਜਰ ਕੌਰ ਜੀਆਂ ਨੇ ਉਹਨਾਂ ਨੂੰ ਫਿਰ ਮਾਤਾ ਗੁਜਰ ਕੌਰ ਜੀ ਅਕਾਲ ਪੁਰਖ ਦੇ ਭਾਣੇ ਵਿੱਚ ਰਹਿਣਾ, ਭਾਣੇ ਨੂੰ ਸਤ ਕਰਕੇ ਮੰਨਣਾ, ਵੱਡ ਵਡੇਰਿਆਂ ਦਾ ਇਤਿਹਾਸ ਸੀ ਜੋ ਉਹ ਮਾਤਾ ਗੁਜਰ ਕੌਰ ਜੀ ਸੁਣਾਉਂਦੇ ਪਏ ਨੇ। ਚੇਤੇ ਰੱਖਣਾ, ਲੰਮੇ ਦਿਨਾਂ ਦਾ ਕੋਈ ਭੋਜਨ ਪਾਣੀ ਛਕਿਆ ਨਹੀਂ ਮਾਤਾ ਗੁਜਰ ਕੌਰ ਜੀਆਂ ਨੇ। ਇਹਨਾਂ ਦਿਨਾਂ ਦੇ ਵਿੱਚ ਉੱਚੇ ਬੁਰਜ ਤੇ ਕੈਦ ਨੇ, 4 ਚਫੇਰੇ ਪਹਿਰੇ ਲੱਗੇ ਹੋਏ ਨੇ। ਫਿਰ ਵੀ ਮਾਤਾ ਗੁਜਰ ਕੌਰ ਜੀ ਸਾਹਿਬਜ਼ਾਦਿਆਂ ਨੂੰ ਇਤਿਹਾਸ ਸੁਣਾ ਰਹੀ ਹੈ। ਫਿਰ ਵੀ ਮਾਤਾ ਗੁਜਰ ਕੌਰ ਜੀ ਇਤਿਹਾਸ ਸੁਣਾ ਰਹੀ ਹੈ। ਇਤਨੀ ਠੰਡ ਦੇ ਵਿੱਚ, ਉਹ ਵੀ ਬੁਰਜ ਜਿੱਤੇ ਬੜੀ ਠੰਡ ਸੀ। ਇਸ ਤੋਂ ਵੀ ਅਸੀਂ ਧਰਤੀ ਦੀ ਸਤ੍ਹਾ ਤੇ ਰਹਿੰਦੇ ਹਾਂ, ਜੇ ਥੋੜ੍ਹਾ ਜਿਹਾ ਉੱਚੇ ਜਾ ਕੇ ਬੈਠ ਜਾਈਏ ਤੇ ਕਿੰਨੀ ਠੰਡ ਲੱਗਦੀ ਹੈ। ਤੇ ਮਾਤਾ ਜੀ
ਫਿਰ ਵੀ ਆਪਣੇ ਸਾਹਿਬਜ਼ਾਦਿਆਂ ਨੂੰ, ਪੋਤਰਿਆਂ ਨੂੰ ਇਤਿਹਾਸ ਸੁਣਾਉਂਦੇ ਨੇ। ਫਤਵਾ ਲੱਗਿਆ ਸਾਹਿਬਜ਼ਾਦਿਆਂ 'ਤੇ, ਪੇਸ਼ੀ ਫਿਰ ਪਈ ਹੈ, ਸਿਪਾਹੀ ਲੈ ਕੇ ਗਏ ਨੇ। ਔਰ ਜਿਸ ਦਿਨ ਸਿਪਾਹੀ ਲੈ ਕੇ ਗਏ ਨੇ, ਉਹਨਾਂ ਦੇ ਵਜ਼ੀਰ ਖਾਂ ਕਹਿਣ ਲੱਗਿਆ ਕਹਿੰਦੇ ਇਹਨਾਂ ਦਾ ਕੀ ਕੀਤਾ ਜਾਵੇ, ਕਿਉਂਕਿ ਸ਼ਰ੍ਹਾ ਦੇ ਵਿੱਚ ਨਹੀਂ ਆਉਂਦਾ ਸੀ ਕਿ ਬੱਚਿਆਂ 'ਤੇ ਤਸੀਹੇ ਬੱਚਿਆਂ ਨੂੰ ਦੇਣੇ ਤਾਂ ਬੁੱਢੇ ਸਰੀਰ ਨੂੰ ਤਸੀਹੇ ਦੇਣੇ, ਇਹ ਇਸਲਾਮੀ ਸ਼ਰ੍ਹਾ ਦੇ ਵਿੱਚ ਨਹੀਂ ਆਉਂਦਾ ਸੀ। ਫਿਰ ਉਹਨਾਂ ਦਾ ਇੱਕ ਕਾਜੀ ਸੀ ਜਿਹੜਾ ਫਤਵਾ ਲਾਉਂਦਾ ਹੁੰਦਾ ਸੀ। ਕਾਜੀ ਕਹਿੰਦੇ ਨੇ ਧਾਰਮਿਕ ਬੰਦੇ ਨੂੰ। ਵਜ਼ੀਰ ਖਾਨ ਨੂੰ ਉਹਨੇ ਰਹਿ ਦਿੱਤੀ, ਕਹਿੰਦਾ ਆਪਾਂ ਇਹਨਾਂ ਦਾ ਧਰਤੀ 'ਤੇ ਖੂਨ ਡੋਲੋ ਹੀ ਨਾ। ਖੂਨ ਡੋਲਣ ਦੀ ਲੋੜ ਕੀ ਹੈ? ਵਜ਼ੀਰ ਖਾਨ ਨੂੰ ਰਹਿ ਦੇਣ ਵਾਲਾ ਇੱਕ ਧਾਰਮਿਕ ਮਨੁੱਖ ਸੀ, ਉਹ ਵੀ ਚੋਟੀ ਦਾ ਮਨੁੱਖ ਸੀ, ਜਿਹੜਾ ਕਹਿ ਲਈਏ ਸਿਰੇ ਦਾ ਮਨੁੱਖ। ਇੱਥੇ ਇੱਕ ਗੱਲ ਚੇਤੇ ਰੱਖਣੀ, ਧਾਰਮਿਕਤਾ ਸਾਰੀ ਦੁਨੀਆ ਬਣ ਜਾਂਦੀ ਹੈ, ਇੱਕ ਮਨੁੱਖ ਧਾਰਮਿਕ ਨਹੀਂ। ਉਸ ਬੰਦਾ ਜੇ 1000 ਗਲਤੀ ਵੀ ਕਰ ਦੇ, ਇੱਕ ਦੇ ਬਰਾਬਰ ਹੈ। ਮਨੁੱਖ ਧਾਰਮਿਕ ਨਹੀਂ ਹੈ। ਜੇ ਉਹਨੇ 1000 ਗਲਤੀ ਵੀ ਕਰਤੀ, ਇੱਕ ਦੇ ਬਰਾਬਰ ਹੈ। ਪਰ ਜੇ ਮਨੁੱਖ ਚੋਟੀ ਦਾ ਧਾਰਮਿਕ ਹੋਵੇ, ਇੱਕ ਗਲਤੀ ਕਰਦੇ ਤੇ 1000 ਦੇ ਬਰਾਬਰ ਮੰਨੀ ਜਾਂਦੀ ਹੈ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇਹ ਹੈ ਕਿ ਜਦੋਂ ਕੋਈ ਬਹੁਤ ਵੱਡਾ ਸਿਰਮੌਰ ਧਾਰਮਿਕ ਬੰਦਾ ਗਲਤੀ ਕਰਦਾ ਹੈ, ਤੇ ਜਿਹੜੇ ਉਹਨੂੰ ਸੁਣਨ ਵਾਲੇ ਨੇ, ਉਹਨੂੰ ਦੇਖਣ ਵਾਲੇ ਨੇ, ਉਹਨਾਂ ਸਾਰਿਆਂ ਦੀ ਸ਼ਰਧਾ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਧਰਮ ਤੋਂ ਸ਼ਰਧਾ ਟੁੱਟ ਜਾਂਦੀ ਹੈ। ਤੇ ਜੇ ਇੱਕ ਬੰਦੇ ਦੇ ਕਾਰਨ ਕਰਕੇ ਕਈ ਬੰਦਿਆਂ ਦੀ ਸ਼ਰਧਾ ਟੁੱਟ ਗਈ, ਤਾਂ ਇੱਕ ਬੰਦੇ ਦੀ ਜਿਹੜੀ ਧਾਰਮਿਕ ਬੰਦੇ ਦੀ ਕੀਤੀ ਹੋਈ ਗਲਤੀ 1000 ਗਲਤੀਆਂ ਦੇ ਬਰਾਬਰ ਹੋ ਜਾਂਦੀ ਹੈ। ਆਮ ਮਨੁੱਖ ਦੀਆਂ 1000 ਕੀਤੀਆਂ ਗਲਤੀਆਂ ਇੱਕ ਬਰਾਬਰ ਹੈ। ਧਾਰਮਿਕ ਮਨੁੱਖ ਹੁੰਦਾ ਹੋਇਆ ਇੱਕ ਗਲਤੀ ਕਰਦਾ 1000 ਦੇ ਬਰਾਬਰ ਹੈ, ਕਿਉਂਕਿ ਜਿਹੜਾ ਚੋਟੀ ਦਾ ਧਾਰਮਿਕ ਮੰਨਿਆ ਗਿਆ ਹੈ, ਜੇ ਉਹ ਬੰਦਾ ਗਲਤੀ ਕਰਦਾ ਤੇ ਕਈ ਮਨੁੱਖਾਂ ਦੀਆਂ ਜ਼ਿੰਦਗੀਆਂ ਦੀ ਸ਼ਰਧਾ ਧਾਰਮਿਕ ਸਥਾਨਾਂ ਤੋਂ ਟੁੱਟ ਜਾਂਦੀ ਹੈ। ਬਹੁਤ ਸਾਰੀਆਂ ਜ਼ਿੰਦਗੀਆਂ ਟੁੱਟ ਜਾਂਦੀਆਂ ਨੇ ਧਾਰਮਿਕ ਸਥਾਨਾਂ ਤੋਂ। ਕਾਜੀ ਇੱਕ ਧਾਰਮਿਕ ਮਨੁੱਖ ਹੈ। ਉਹ ਕਹਿੰਦਾ ਖੂਨ ਡੋਲਣ ਦੀ ਲੋੜ ਕੀ ਹੈ? ਕਾਜੀ ਨੇ ਫਿਰ ਫਤਵਾ ਲਾਇਆ ਸੀ। ਕਾਨੂੰਨ ਦੇ ਕੁਛ ਨਿਯਮ ਹੁੰਦੇ ਨੇ, ਕਚਹਿਰੀਆਂ ਦੇ ਕੁਛ ਨਿਯਮ ਹੁੰਦੇ ਨੇ। ਕਾਜੀ ਨੇ ਹੀ ਫਤਵਾ ਲਾਇਆ ਸੀ। ਕਾਜੀ ਨੇ ਵਜ਼ੀਰ ਖਾਨ ਨੂੰ ਰਾਏ ਦਿੱਤੀ ਸੀ, ਕਹਿੰਦਾ ਇਹਨਾਂ ਦਾ ਖੂਨ ਧਰਤੀ 'ਤੇ ਡੋਲਣ ਦੀ ਲੋੜ ਨਹੀਂ ਹੈ, ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ। ਇਹ ਗੱਲ ਇੱਕ ਬਹੁਤ ਵੱਡੇ ਧਾਰਮਿਕ ਬੰਦੇ ਦੀ ਹੈ, ਵਜ਼ੀਰ ਖਾਨ ਦੀ ਨਹੀਂ। ਫਤਵਾ ਕਾਜੀ ਨੇ ਲਾਇਆ ਸੀ। ਔਰ ਉਹਦੀ ਕਚਹਿਰੀ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਖੜੇ ਸੀ। ਉਹਨਾਂ ਦੇ ਵਿੱਚ ਇੱਕ ਨਵਾਬ ਸ਼ੇਰ ਖਾਂ ਵੀ ਖੜਾ ਸੀ, ਮਲੇਰਕੋਟਲੇ ਵਾਲਾ, ਜਿਹਨੂੰ ਸਿੱਖ ਜਗਤ ਦੇ ਅੰਦਰ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਹਾਂ ਦਾ ਨਾਅਰਾ ਮਾਰਿਆ ਸੀ। ਫਿਰ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਨੇ ਇਹ ਗੱਲ ਭਰੀ ਕਚਹਿਰੀ ਦੇ ਵਿੱਚ ਵਜ਼ੀਰ ਖਾਨ ਨੂੰ ਕਹੀ ਸੀ
ਕਹਿੰਦਾ ਤੁਸੀਂ ਇਹਨਾਂ 'ਤੇ ਫਤਵਾ ਲਾ ਕੇ ਛੋਟੇ ਛੋਟੇ ਬੱਚਿਆਂ ਨੂੰ ਸ਼ਹੀਦ ਕਰਨ ਦੀਆਂ ਗੱਲਾਂ ਕਰਦੇ ਹੋ। ਜੇ ਤੁਹਾਡੇ ਵਿੱਚ ਇੰਨੀ ਤਾਕਤ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਕੇ ਦਿਖਾਓ। ਇਹਨਾਂ 'ਤੇ ਕਿਉਂ ਤੁਸੀਂ ਇਹ ਦਿੰਦੇ ਹੋ ਇਹਨਾਂ ਨੂੰ, ਸਾਹਿਬਜ਼ਾਦਿਆਂ ਨੂੰ? ਇਹਨਾਂ ਨੇ ਕੀ ਕੀਤਾ ਹੈ? ਇੰਨੀ ਗੱਲ ਕਹਿ ਕੇ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲਾ ਕਚਹਿਰੀ 'ਚੋਂ ਨਿਕਲ ਆਇਆ ਸੀ। ਉਹਨੇ ਮਾਰਿਆ ਸੀ ਹਾਂ ਦਾ ਨਾਰਾ, ਪਰ ਉਹਦੇ ਵੀ ਪਿੱਛੇ ਇੱਕ ਸੱਚਾਈ ਛੁਪੀ ਹੋਈ ਸੀ। ਹੋਰ ਜਿਹੜੀ ਹੈ ਤਕਰੀਬਨ ਬਹੁਤ ਸਾਰੀ ਦੁਨੀਆ ਜਿਹੜੇ ਹੈ ਉਹ ਘੱਟ ਇਸ ਨੂੰ ਸੁਣਦੇ ਪੜ੍ਹਦੇ ਨੇ। ਆਨੰਦਪੁਰ ਸਾਹਿਬ ਹਿੰਦੂ ਘਰਾਣੇ ਦੇ ਨਾਲ ਸੰਬੰਧਿਤ ਇੱਕ ਲੜਕੀ ਸੀ ਜਿਸ ਦੀ ਉਮਰ ਨੌਜਵਾਨ ਸੀ, ਅਨੂਪ ਕੌਰ। ਅਸੀਂ ਧਰਮ ਦੇ ਮੁਤਾਬਕ ਉਹਨੂੰ ਮਾਤਾ ਕਹਿ ਸਕਦੇ ਹਾਂ, ਮਾਤਾ ਅਨੂਪ ਕੌਰ। ਇਹ ਨੌਜਵਾਨ ਲੜਕੀ ਸੀ ਤੇ ਉੱਥੋਂ ਸਰਸਾ ਦੇ ਕੰਢੇ ਤੋਂ, ਜਿੱਥੋਂ 3 ਜਗ੍ਹਾ 'ਤੇ ਮਹਾਰਾਜ ਦਾ ਪਰਿਵਾਰ ਵਿਛੜ ਗਿਆ ਸੀ, ਵੱਖੋ ਵੱਖਰੇ ਸਿੰਘ, ਤੇ ਇਹ ਅਨੂਪ ਕੌਰ ਵੀ ਸਾਰੇ ਪਰਿਵਾਰ ਦੇ ਨਾਲੋਂ ਇਕੱਲੀ ਵਿਛੜ ਗਈ ਸੀ। ਤੇ ਇਹ ਲੱਗੀ ਸੀ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲਿਆਂ ਦੇ ਹੱਥ। ਇਹਨਾਂ ਨਵਾਬਾਂ ਦੇ ਕੁਝ ਅਹਿਲਕਾਰ ਰੱਖੇ ਹੁੰਦੇ ਸੀ, ਇਹਨਾਂ ਕੋਲੇ ਏਰੀਏ ਰੱਖੇ ਹੁੰਦੇ ਸੀਗੇ, ਏਰੀਏ ਵੰਡੇ ਹੁੰਦੇ ਸੀ ਇਹਨਾਂ ਕੋਲ। ਜਿਵੇਂ ਸਾਡੇ ਹੁਣ ਕਾਨੂੰਨ ਦੇ ਮੁਤਾਬਕ ਪੁਲਿਸ ਥਾਣੇ ਨੇ, ਜ਼ਿਲ੍ਹੇ ਨੇ, ਇਸ ਤਰ੍ਹਾਂ ਵੰਡੇ ਹੋਏ ਸੀ। ਔਰ ਇਹ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲਾ ਸੀ ਜਿਹੜਾ, ਇਹਦੇ ਜਿਹੜੇ ਭੇਜੇ ਹੋਏ ਸਿਪਾਹੀ ਸੀ, ਕਿਉਂਕਿ ਚੱਪੇ ਚੱਪੇ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਸ ਵਕਤ ਭਾਲਿਆ ਜਾ ਰਿਹਾ ਸੀ, ਤੇ ਸਾਰੇ ਨਵਾਬਾਂ ਦੀ ਡਿਊਟੀ ਲੱਗੀ ਹੋਈ ਸੀ ਕਿ ਤੁਸੀਂ ਆਪਣੇ ਸਿਪਾਹੀਆਂ ਨੂੰ ਭੇਜੋ। ਤੇ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਦੇ ਜਿਹੜੇ ਸਿਪਾਹੀ ਸੀ, ਇਹਨਾਂ ਦੇ ਹੱਥ ਲੱਗੀ ਸੀ ਅਨੂਪ ਕੌਰ, ਜਿਹੜੀ ਹਿੰਦੂ ਘਰਾਣੇ ਦੇ ਨਾਲ ਸੰਬੰਧਿਤ ਸੀ ਲੜਕੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਨੰਦ ਸਾਹਿਬ ਰਹਿ ਕੇ ਸਾਹਿਬਜ਼ਾਦਿਆਂ ਨੂੰ ਪਾਲਦੀ ਵੀ ਰਹੀ ਹੈ, ਖਿਡਾਉਂਦੀ ਰਹੀ ਹੈ, ਜਿਹੜੀ ਲਾਡ ਲਡਾਉਂਦੀ ਰਹੀ ਹੈ। ਉਹ ਨੌਜਵਾਨ ਲੜਕੀ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਦੇ ਇਹਨਾਂ ਦੇ ਹੱਥ ਲੱਗ ਗਈ। ਉਹਨਾਂ ਨੇ ਉਹਨੂੰ ਲਿਆਂਦਾ ਮਲੇਰਕੋਟਲੇ, ਨਵਾਬ ਸ਼ੇਰ ਖਾਂ ਦੇ ਪੇਸ਼ ਕੀਤੀ। ਉਹ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲਾ ਸੀ ਜਿਹੜਾ, ਉਹਨੇ ਉਹਦਾ ਰੰਗ ਰੂਪ ਦੇਖ ਕੇ ਉਹ ਕਹਿਣ ਲੱਗਿਆ ਵੀ ਤੁਸੀਂ ਮੇਰੇ ਨਾਲ ਨਿਕਾਹ ਕਰਵਾ ਲਓ, ਇੱਕ ਤੇ ਤੁਹਾਡੀ ਜਾਨ ਬਚ ਰਹਿਣੀ ਹੈ, ਵਰਨਾ ਤੁਹਾਡੀ ਜਾਨ ਬਖਸ਼ੀ ਨਹੀਂ ਜਾਣੀ। ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਨੇ ਜਦੋਂ ਦਬਾਅ ਪਾਇਆ ਤੇ ਉਸ ਲੜਕੀ ਨੇ, ਮਾਤਾ ਅਨੂਪ ਕੌਰ ਨੇ ਜਵਾਬ ਦੇ ਦਿੱਤਾ ਸੀ, ਕਹਿੰਦੀ ਮੇਰਾ ਧਰਮ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ, ਮੈਂ ਤੇਰੇ ਨਾਲ ਨਿਕਾਹ ਨਹੀਂ ਕਰਵਾ ਸਕਦੀ। ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲਾ ਨਹੀਂ ਚਾਹੁੰਦਾ ਸੀ ਕਿ ਇਹ ਨੌਜਵਾਨ ਲੜਕੀ ਸੋਹਣੇ ਰੰਗ ਰੂਪ ਵਾਲੀ ਇਹਨੂੰ ਖਤਮ ਕੀਤਾ ਜਾਵੇ। ਉਹਨੂੰ ਪਤਾ ਸੀ ਕਿ ਜੇ ਇਹਨੂੰ ਮੈਂ ਛੱਡਿਆ ਤੇ ਅਗਾਹਾਂ ਵਾਲੇ ਜਿਨ੍ਹਾਂ ਦੇ ਹੱਥ ਲੱਗਣੇ ਇਹਨਾਂ ਨੇ ਉਹਨਾਂ ਨੇ ਮਾਰ ਦੇਣਾ ਹੈ, ਮਾਰੀ ਤੇ ਅਕਸਰ ਇੱਕ ਦਿਨ ਜਾਣੀ ਹੈ। ਇਹ ਨਹੀਂ ਚਾਹੁੰਦਾ ਸੀ ਤੇ ਇਹ ਉਸ ਦੇ ਰੰਗ ਰੂਪ ਤੇ ਮੋਹਿਤ ਹੋਇਆ ਹੋਇਆ ਸੀ। ਸਾਡੇ ਬੜੀ ਦੁੱਖ ਦੀ ਗੱਲ ਆਉਂਦੀ ਹੈ ਕਿ ਸਾਡੇ ਵਿੱਚ ਹਜੇ ਤੱਕ ਬਹੁਤ ਰੀਤ ਰਿਵਾਜ ਇਹੋ ਜਿਹੇ ਨੇ ਜਿਹੜੇ ਮੁਗਲ ਸਰਕਾਰਾਂ ਦੇ ਚਲਾਏ ਹੋਏ ਨੇ, ਤੇ ਅੱਜ ਸਾਡੇ ਘਰਾਂ ਵਿੱਚ ਹੁਣ ਚੱਲ ਰਹੇ ਨੇ। ਅੱਜ ਕਿਉਂਕਿ ਅਸੀਂ ਦੋਨੇ ਗੱਲਾਂ ਬਰਾਬਰ ਲੈ ਕੇ ਚੱਲਣੀਆਂ, ਉਹਨਾਂ ਸਮਿਆਂ ਦਾ ਵੀ ਤੇ ਅੱਜ ਦੇ ਸਮੇਂ ਦਾ ਵੀ। ਮੁਗਲ ਉਹਨਾਂ ਸਮਾਜਾਂ ਦੇ ਵਿੱਚ, ਸਮਾਜ ਦੇ ਵਿੱਚ ਨਵਾਬ ਆਪਣੇ ਸਿਪਾਹੀਆਂ ਨੂੰ ਭੇਜਦੇ ਹੁੰਦੇ ਸੀ, ਜਿਹੜੀਆਂ ਉਹਨਾਂ ਨੂੰ ਸੁੰਦਰ ਸੋਹਣੀਆਂ ਲੜਕੀਆਂ ਮਿਲਦੀਆਂ ਇਸ ਪੰਜਾਬ ਦੀ ਧਰਤੀ ਤੋਂ, ਉਹਨਾਂ ਨੂੰ ਚੁੱਕ ਕੇ ਕੁਝ ਦੇ ਨਾਲ ਨਿਕਾਹ ਕਰਵਾ ਲੈਂਦੇ, ਤੇ ਬਾਕੀਆਂ ਨੂੰ ਸੀ ਜਿਹੜਾ ਸੀ ਇਹਨਾਂ ਨੂੰ ਹਾਰ ਸ਼ਿੰਗਾਰ ਲਗਾ ਕੇ ਲਾਹੌਰ ਸ਼ਹਿਰ ਦੇ ਵਿੱਚ ਗਜਨੀ ਮੰਡੀ ਦੇ ਵਿੱਚ ਲੜਕੀਆਂ ਦੀ ਮੰਡੀ ਲੱਗਦੀ, ਤੇ ਉੱਥੇ ਉਹਨਾਂ ਔਰਤਾਂ ਨੂੰ ਵੇਚਿਆ ਜਾਂਦਾ ਸੀ। ਉਹਨਾਂ ਸਮਿਆਂ ਦੇ ਵਿੱਚ ਮੁਗਲ ਸਰਕਾਰ ਨੇ ਇਹ ਕਰਮ ਕੀਤਾ ਹੋਇਆ ਸੀ। ਫਿਰ ਉਹਨਾਂ ਨੂੰ ਘਰਾਂ ਦੇ ਵਿੱਚੋਂ ਕਦੇ ਕਦਾਈ ਪਤਾ ਲੱਗਦਾ ਵੀ ਕਿਹਦੇ ਘਰੇ ਲੜਕੀ ਹੈ, ਕਿਹੜੇ ਘਰਾਣੇ ਦੇ ਵਿੱਚ ਹੈ, ਕਿਹੜੇ ਪਿੰਡ ਦੇ ਵਿੱਚ ਹੈ। ਔਖਾ ਸੀ ਨਾ ਲੱਭਣਾ ਕੰਮ ਇਹ। ਉਹਨਾਂ ਨੇ ਫਿਰ ਆਪਦਾ ਕੰਮ ਸੌਖਾ ਕਰ ਲਿਆ। ਉਹਨਾਂ ਨੇ ਨਗਰਾਂ ਦੇ ਵਿੱਚ ਜਿੰਨੇ ਕਸਬੇ ਸੀ, ਸਾਰੇ ਕਸਬਿਆਂ ਦੇ ਵਿੱਚ
ਉਹਨਾਂ ਨੇ ਸੀ ਜਿਹੜੀਆਂ ਲੜਕੀਆਂ ਨੂੰ ਇੱਕ ਜਗ੍ਹਾ 'ਤੇ ਇਕੱਠੀਆਂ ਹੋ ਕੇ ਗੱਲਾਂ ਬਾਤਾਂ ਕਰਨ ਦਾ, ਹੱਸਣ ਖੇਡਣ ਦਾ ਸਮਾਂ ਦੇਤਾ। ਉਹਨਾਂ ਸਮਿਆਂ ਦੇ ਵਿੱਚ ਸਮਾਂ ਨਹੀਂ ਕਿਸੇ ਨੂੰ ਮਿਲਦਾ ਹੁੰਦਾ ਸੀ ਕਿ ਤੁਸੀਂ ਘੋੜੇ 'ਤੇ ਚੜ੍ਹੋ, ਜਾਂ ਤੁਸੀਂ ਕਲਗੀ ਲਾਓ, ਜਾਂ ਤੁਹਾਡੇ ਪੁੱਤ ਦੀ ਬਰਾਤ ਨਿਕਲੇ, ਜਾਂ ਤੁਹਾਡੀ ਲੜਕੀ ਦੀ ਸ਼ਾਦੀ ਹੋਵੇ। ਇਹਨਾਂ ਗੱਲਾਂ ਦੀ ਇਜਾਜ਼ਤ ਨਹੀਂ ਉਹਨਾਂ ਸਮਿਆਂ ਦੇ ਵਿੱਚ ਮਿਲਦੀ ਹੁੰਦੀ ਸੀ। ਪਰ ਇੱਕੋ ਹੀ ਇਜਾਜ਼ਤ ਇਹ ਮਿਲੀ ਹੋਈ ਸੀ ਕਿ ਲੜਕੀਆਂ ਜਿਹੜੀਆਂ ਕੁਆਰੀਆਂ ਲੜਕੀਆਂ ਨੇ ਉਹ ਇੱਕ ਜਗ੍ਹਾ 'ਤੇ ਇਕੱਤਰ ਹੋ ਕੇ ਹੱਸ ਸਕਦੀਆਂ, ਖੇਡ ਸਕਦੀਆਂ, ਨੱਚ ਗਾ ਸਕਦੀਆਂ ਨੇ। ਇਹ ਇਜਾਜ਼ਤ ਮੁਗਲ ਸਰਕਾਰ ਵੱਲੋਂ ਉਹਨਾਂ ਸਮਿਆਂ ਦੇ ਵਿੱਚ ਦਿੱਤੀ ਗਈ ਅਤੇ ਉਹਨਾਂ ਸਮਿਆਂ ਦੇ ਵਿੱਚ ਇਹ ਚੀਜ਼ ਚੱਲੀ ਵੀ। ਲੜਕੀਆਂ ਇੱਕ ਜਗ੍ਹਾ 'ਤੇ ਸਾਰੇ ਨਗਰ ਦੀਆਂ ਇਕੱਤਰ ਹੋਇਆ ਕਰਨ, ਹੱਸਿਆ ਖੇਡਿਆ ਕਰਨ। ਇਹਨਾਂ ਨਵਾਬਾਂ ਦੇ ਭੇਜੇ ਹੋਏ ਬੰਦੇ ਤੇ ਖੁਦ ਨਵਾਬ ਘੋੜਿਆਂ 'ਤੇ ਰਥਾਂ 'ਤੇ ਚੜ੍ਹ ਕੇ ਜਾਇਆ ਕਰਨ ਅਤੇ ਇਹਨਾਂ ਨੂੰ ਜਿਹੜੀਆਂ ਲੜਕੀਆਂ ਚੰਗੀਆਂ ਲੱਗਿਆ ਕਰਨ ਅਤੇ ਉਹਨਾਂ ਨੂੰ ਇਹ ਗਿੱਧੇ ਦੇ ਵਿੱਚੋਂ ਚੁੱਕ ਕੇ ਲੈ ਜਾਂਦੇ ਹੁੰਦੇ ਸੀ। ਕੁਛ ਨਾਲ ਨਿਕਾਹ ਕਰ ਲੈਂਦੇ ਅਤੇ ਕੁਝ ਨਾਲ ਇਹ ਲਾਹੌਰ ਸ਼ਹਿਰ ਦੇ ਵਿੱਚ ਗਜਨੀ ਮੰਡੀ ਦੇ ਵਿੱਚ ਵੇਚ ਕੇ ਆਉਂਦੇ ਹੁੰਦੇ ਸੀ। ਇਹ ਕਿਤੇ ਬਾਹਲੀ ਦੂਰ ਦੀ ਗੱਲ ਨਹੀਂ ਹੈ, ਕਿਸੇ ਹੋਰ ਸਟੇਟ ਦੀ ਗੱਲ, ਸਾਡੇ ਪੰਜਾਬ ਦੀ ਗੱਲ ਹੈ, ਇੱਥੋਂ ਦੀ ਗੱਲ ਹੈ, ਸਾਡੀ ਆਪਣੇ ਦੀ, ਸਾਹਿਬਜ਼ਾਦਿਆਂ ਦੇ ਸਮੇਂ ਦੀ ਗੱਲ ਹੈ। ਇਹਨਾਂ ਨੇ ਕਰਮ ਕੀਤਾ ਅਤੇ ਉਹ ਹਜੇ ਤੱਕ ਅੱਜ ਸਾਡੇ ਪੰਜਾਬ ਦੀ ਧਰਤੀ 'ਚ ਹੁਣ ਚੱਲ ਰਿਹਾ ਹੈ। ਅੱਜ ਦੱਸੋ ਕਿਹੜਾ ਪਿੰਡ ਹੈ ਜਿੱਥੇ ਨਹੀਂ ਲੱਗਦੇ? ਕੋਈ ਸਾਡੇ ਇਤਿਹਾਸ ਦੇ ਵਿੱਚ, ਸਿੱਖ ਧਰਮ ਦੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਵੀ ਲੜਕੀਆਂ ਇਕੱਤਰ ਹੋਣ, ਉੱਚੀ ਉੱਚੀ ਗਾਉਣ, ਨੱਚਣ ਟੱਪਣ? ਸਾਡੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ? ਕਿੱਥੇ ਲਿਖਿਆ? ਇਹ ਤਾਂ ਨਵਾਬਾਂ ਨੇ ਉਸ ਵਕਤ ਸ਼ੁਰੂ ਕੀਤਾ ਸੀ ਵੀ ਸਾਨੂੰ ਘਰਾਂ ਦੇ ਵਿੱਚੋਂ ਪਹਿਲਾਂ ਪਤਾ ਲੈਣਾ ਪੈਂਦਾ ਵੀ ਕਿਹਦੇ ਘਰੇ ਲੜਕੀ ਕਿੱਡੀ ਕੁ ਹੈ, ਫਿਰ ਉਹਨੂੰ ਦੇਖਣਾ ਪੈਂਦਾ ਉਹਨੂੰ ਚੁੱਕ ਕੇ ਲੈ ਕੇ ਆਈਏ ਜਾਂ ਨਾ ਲੈ ਕੇ ਆਈਏ। ਬਿਹਤਰ ਇਹੀ ਹੈ ਵੀ ਇੱਕ ਜਗ੍ਹਾ 'ਤੇ ਲੜਕੀਆਂ ਇਕੱਤਰ ਹੋਣ, ਜਿਹੜੀਆਂ ਸਾਨੂੰ ਚੰਗੀਆਂ ਲੱਗਣ ਅਤੇ ਉਹਨਾਂ ਨੂੰ ਅਸੀਂ ਚੁੱਕ ਕੇ ਲੈ ਜਾਈਏ, ਬਾਕੀਆਂ ਨੂੰ ਛੱਡ ਦਈਏ। ਇਸੇ ਕਾਰਨ ਕਰਕੇ ਇਹ ਚੀਜ਼ਾਂ ਬਣਾਈਆਂ ਸੀ ਮੁਗਲ ਸਰਕਾਰਾਂ ਨੇ, ਅਤੇ ਅੱਜ ਉਹ ਸਾਡੇ ਪਿੰਡਾਂ ਦੇ ਵਿੱਚ ਚੱਲਦੀਆਂ ਨੇ। ਅਤੇ ਸਾਡੇ ਪਿੰਡਾਂ ਵਾਲੇ ਆ ਜਿਹੜੇ ਅਸੀਂ ਕਹਿੰਦੇ ਹਾਂ ਨਾ ਤਰੱਕੀਆਂ ਕਰਦੇ ਹਾਂ, ਸਾਡੇ ਪਿੰਡਾਂ ਦੇ ਵਿੱਚ ਕਹਿੰਦੇ ਹੈ ਇਹ ਤਾਂ ਕਹਿੰਦੇ ਸਾਡਾ ਸੱਭਿਆਚਾਰ ਹੈ। ਇਸ ਦਾ ਮਤਲਬ ਤਾਂ ਫਿਰ ਤੁਸੀਂ ਵਜ਼ੀਰ ਖਾਂ ਦੇ ਪੁੱਤ ਹੋ ਗਏ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤਾਂ ਨਾ ਹੋਏ। ਜਾਂ ਤਾਂ ਕਹੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਲਾਇਆ, ਇਹ ਤਾਂ ਚਲਾਇਆ ਤਾਂ ਵਜ਼ੀਰ ਖਾਂ ਵਰਗਿਆਂ ਨੇ ਸੀਗਾ। ਇਹ ਵਿਚਾਲ ਦਾ ਏਰੀਆ ਪੈਂਦਾ ਸੀ ਨਾ ਸਾਡਾ, ਜਿਹੜਾ ਦਿੱਲੀ ਤੋਂ ਲਾਹੌਰ ਤੱਕ ਜਿਹੜਾ ਰਸਤਾ ਜਾਂਦਾ ਹੁੰਦਾ ਸੀ, ਸਰਹੰਦ ਸੀ, ਇਹ ਜਿਹੜਾ ਵਿਚਕਾਰ ਦਾ ਰਸਤਾ ਸੀ, ਇੱਥੋਂ ਦੀ ਲਾਂਘਾ ਸੀ। ਅਤੇ ਇਹ ਪੰਜਾਬ ਦੀ ਧਰਤੀ ਸਾਰੀ ਦੀ ਸਾਰੀ ਇਹਦੇ ਏਰੀਏ ਦੇ ਵਿੱਚ ਆਉਂਦੀ ਸੀ, ਵਜ਼ੀਰ ਖਾਂ ਦੇ ਵਿੱਚ। ਅਤੇ ਵਜ਼ੀਰ ਖਾਂ ਦੇ ਸਮੇਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲੀਆਂ ਸੀਗੀਆਂ। ਸਾਡੇ ਦੇ ਵਿੱਚ ਤੇ ਬੜੇ ਮਾਣ ਦੇ ਨਾਲ ਕਹਿੰਦੇ ਨੇ ਅਸੀਂ ਤਰੱਕੀਆਂ ਕਰ ਲਈਆਂ ਜੀ, ਇਹ ਸਾਡਾ ਸੱਭਿਆਚਾਰ ਹੈ। ਲਾਹਨਤ ਹੈ ਤੁਹਾਡੇ 'ਤੇ ਜੇ ਇਹੋ ਜਿਹਾ ਤੁਹਾਡਾ ਸੱਭਿਆਚਾਰ ਹੈ ਤਾਂ, ਲੱਖ ਲਾਹਨਤ ਇਹੋ ਜਿਹੇ ਸੱਭਿਆਚਾਰ 'ਤੇ ਫਿਰ ਜਿਹੜਾ ਤੁਹਾਨੂੰ ਇਹ ਚੀਜ਼ਾਂ ਸਿਖਾਉਂਦਾ ਘਰਾਂ ਦੇ ਵਿੱਚ। ਵਜ਼ੀਰ ਖਾਂ ਦੇ ਵੇਲੇ ਚੱਲੀਆਂ ਸੀ, ਉਹਨਾਂ ਨੇ ਨਵਾਬਾਂ ਨੇ ਇਸੇ ਕਾਰਨ ਕਰਕੇ ਚਲਾਈਆਂ ਸੀਗੀਆਂ। ਗਜਨੀ ਮੰਡੀ ਦੇ ਵਿੱਚ ਲੜਕੀਆਂ ਨੂੰ ਵੇਚਿਆ ਜਾਂਦਾ ਉਹਨਾਂ ਸਮਿਆਂ ਦੇ ਵਿੱਚ। ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਨੇ ਜਦੋਂ ਦਬਾਅ ਪਾਇਆ ਅਨੂਪ ਕੌਰ 'ਤੇ, ਅਨੂਪ ਕੌਰ ਨਹੀਂ ਮੰਨੀ, ਕਹਿੰਦੇ ਠੀਕ ਹੈ ਚਲੋ। ਫਿਰ ਅਨੂਪ ਕੌਰ ਨੇ ਉਹਨੂੰ ਇੱਕ ਬਚਨ ਕਿਹਾ ਸੀ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਨੂੰ, ਕਹਿੰਦੇ ਤੂੰ ਉਹਨਾਂ ਦੀ ਕਚਹਿਰੀ ਦੇ ਵਿੱਚੋਂ ਜਾ ਕੇ ਸਾਹਿਬਜ਼ਾਦਿਆਂ ਨੂੰ ਛੁਡਾ ਦੇ, ਫਿਰ ਮੈਂ ਤੇਰੇ ਨਾਲ ਨਿਕਾਹ ਕਰਾ ਸਕਦੀ ਹਾਂ। ਕਿਉਂਕਿ ਉਹਨੇ ਗੋਦੀ ਖੜਾਈ ਸੀ ਨਾ ਬਾਬਾ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ। ਫਿਰ ਇੱਥੋਂ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਨੇ ਕਿਹਾ ਕਿ ਇਹ ਗੱਲ ਠੀਕ ਹੈ, ਜੋ ਤੂੰ ਕਹਿੰਦੀ ਮੈਂ ਉਹ ਕਰ ਦਿੰਦਾ। ਅਤੇ ਫਿਰ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਨੇ ਅਨੂਪ ਕੌਰ ਦੇ ਨਾਲ ਨਿਕਾਹ ਕਰਨ ਦੇ ਮਾਰੇ ਨੇ ਕਚਹਿਰੀ ਦੇ ਵਿੱਚ ਜਾ ਕੇ ਹਾਂ ਦਾ ਨਾਅਰਾ ਮਾਰਿਆ ਸੀ ਕਿ ਜੇ ਤੁਸੀਂ ਫੜਨਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਕੇ ਦਿਖਾਓ, ਇਹਨਾਂ ਸਾਹਿਬਜ਼ਾਦਿਆਂ ਨੇ ਤੁਹਾਡਾ ਕੀ ਵਿਗਾੜਿਆ। ਪਰ ਉਹਦੇ ਪਿੱਛੇ ਕਾਰਨ ਇਹ ਛੁਪਿਆ ਪਿਆ ਸੀ। ਉਸ ਤੋਂ ਬਾਅਦ ਜਦੋਂ ਸਾਹਿਬਜ਼ਾਦੇ ਕਚਹਿਰੀ ਚੋਂ ਨਿਕਲੇ ਨੇ, ਫਿਰ ਦਾ ਵੀ ਇਤਿਹਾਸ ਹੈਗਾ ਸਾਡੇ ਕੋਲੇ। ਉਸ ਤੋਂ ਬਾਅਦ ਬਾਬਾ ਫਤਿਹ ਸਿੰਘ ਨੂੰ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲਾ ਮਿਲਦਾ ਹੈ। ਉਹਨੇ ਦੱਸਿਆ, ਕਹਿੰਦੇ ਜਿਹੜੇ ਅਨੂਪ ਕੌਰ ਨੇ ਤੁਹਾਨੂੰ ਪਾਲਿਆ ਉਹ ਅਨੂਪ ਕੌਰ ਮੇਰੇ ਕੋਲ ਹੈ, ਪਰ ਕਹਿੰਦੇ ਉਹ ਚਾਹੁੰਦੀ ਹੈ ਕਿ ਤੁਹਾਡੀ ਕੋਈ ਹੱਥ ਦੀ ਨਿਸ਼ਾਨੀ
ਉਹਨੂੰ ਦਿੱਤੀ ਜਾਵੇ। ਬਾਬਾ ਫਤਿਹ ਸਿੰਘ ਨੇ ਜਿਹੜਾ ਕਮਰ ਕਸੇ ਦੇ ਵਿੱਚ ਖੰਜਰ ਟੰਗਿਆ ਹੋਇਆ ਸੀ ਆਪਣੇ ਕਮਰ ਕਸੇ ਦੇ ਵਿੱਚ, ਉਹ ਖੰਜਰ ਕੱਢ ਕੇ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਨੂੰ ਦਿੱਤਾ ਸੀ। ਉਹ ਖੰਜਰ ਲਿਆ ਕੇ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਨੇ ਅਨੂਪ ਕੌਰ ਨੂੰ ਦਿੱਤਾ ਤੇ ਅਨੂਪ ਕੌਰ ਨੂੰ ਖੰਜਰ ਦੇ ਕੇ ਉਹਨੇ ਇਹ ਗੱਲ ਕਹੀ ਸੀ, ਕਹਿੰਦਾ ਆਹ ਦੇਖੋ ਉਹਨਾਂ ਦਾ ਖੰਜਰ, ਮੈਂ ਸਾਹਿਬਜ਼ਾਦਿਆਂ ਨੂੰ ਅੱਜ ਕਚਹਿਰੀ ਦੇ ਵਿੱਚੋਂ ਬਰੀ ਕਰਵਾ ਕੇ ਆਇਆ, ਬਰੀ ਕਰਵਾ ਕੇ ਆਏ। ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਨੇ ਗੱਲ ਕਹੀ ਸੀ। ਕਿ ਮੈਂ ਬਰੀ ਕਰਾ ਕੇ ਆਇਆ। ਇਹਦੇ ਹਾਂ ਦਾ ਨਾਰਾ ਮਾਰਨ ਦਾ ਪਿੱਛੇ ਇੱਕ ਸੱਚ ਹੋਰ ਛੁਪਿਆ ਹੋਇਆ ਸੀ ਤੇ ਦੂਜਾ ਜਿਹੜਾ ਬਾਬਾ ਫਤਿਹ ਸਿੰਘ ਨੇ ਖੰਜਰ ਦਿੱਤਾ ਉਹ ਇਹਨੇ ਝੂਠ ਲਿਆ ਕੇ ਬੋਲਿਆ, ਕਿਉਂਕਿ ਕਚਹਿਰੀ ਦੇ ਵਿੱਚੋਂ ਸਾਹਿਬਜ਼ਾਦਿਆਂ ਨੂੰ ਛੱਡਿਆ ਨਹੀਂ ਗਿਆ ਸੀਗਾ। ਉਸ ਦਿਨ ਤੇ ਫਤਵਾ ਲੱਗਿਆ ਸੀ ਸਾਹਿਬਜ਼ਾਦਿਆਂ ਤੇ, ਕਾਜੀ ਨੇ ਲਾਇਆ ਸੀ। ਇਹਨੇ ਇੱਥੇ ਆ ਕੇ ਝੂਠ ਮਾਰਿਆ ਸੀ ਅਨੂਪ ਕੌਰ ਨੂੰ, ਅਨੂਪ ਕੌਰ ਨੂੰ ਇਹ ਝੂਠ ਮਾਰਿਆ ਸੀ ਤੇ ਅਨੂਪ ਕੌਰ ਨੇ ਉਹੀ ਖੰਜਰ ਸੀ ਜਿਹੜਾ ਬਾਬਾ ਫਤਿਹ ਸਿੰਘ ਵਾਲਾ, ਉਹੀ ਖੰਜਰ ਆਪਣੇ ਪੇਟ ਦੇ ਵਿੱਚ ਮਾਰ ਕੇ ਆਪਣੀ ਆਪ ਸ਼ਹੀਦੀ ਪ੍ਰਾਪਤ ਕਰ ਲਈ ਸੀ। ਪਰ ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲੇ ਦੇ ਨਾਲ ਉਹਨੇ ਨਿਕਾਹ ਨਹੀਂ ਕਰਵਾਇਆ ਸੀ। ਅਗਾਹਾਂ ਚੱਲੋ, ਨਵਾਬ ਸ਼ੇਰ ਖਾਂ ਮਲੇਰਕੋਟਲੇ ਵਾਲਾ ਸੀ ਜਿਹੜਾ, ਜਦੋਂ ਇਹਨੇ ਅਨੂਪ ਕੌਰ ਨੇ ਆਪਣੀ ਸ਼ਹੀਦੀ ਪ੍ਰਾਪਤ ਕਰ ਲਈ ਤੇ ਇਹਨੇ ਮਹਾਂਡਣ ਧਰਮ ਦੇ ਰਹੁ ਰੀਤ ਦੇ ਰਿਵਾਜ ਦੇ ਨਾਲ ਉਹਨੂੰ ਸੀ ਜਿਹੜਾ ਦਫਨ ਕਰ ਦਿੱਤਾ ਗਿਆ ਸੀ, ਸਪੁਰਦੇ ਖਾਂ ਕੀਤਾ ਗਿਆ ਸੀ। ਕਿਉਂਕਿ ਸਾਡੇ ਸਿੱਖ ਧਰਮ ਦੀ ਮਰਿਆਦਾ ਮਿਰਤੂ ਸਰੀਰ ਦੀ ਹੋਰ ਹੈ, ਇਹਨਾਂ ਦੀ ਹੋਰ ਹੈ। ਉਸ ਧਰਮ ਦੇ ਮੁਤਾਬਕ ਇਹਨੂੰ ਸੀ ਜਿਹੜਾ, ਜਦੋਂ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਮਾਣੇ ਸ਼ਹਿਰ ਨੂੰ ਫਤਿਹ ਕਰਕੇ ਇੱਧਰ ਨੂੰ ਚੱਲੇ ਨੇ ਤੇ ਫਿਰ ਇਹਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਉਸ ਅਨੂਪ ਕੌਰ ਦਾ ਜਿਹੜਾ ਪਿੰਜਰ ਸੀ ਦਿੱਤਾ ਗਿਆ। ਫਿਰ ਸਿੱਖ ਧਰਮ ਦੇ ਮੁਤਾਬਕ ਉਸ ਪਿੰਜਰ ਦਾ ਸੰਸਕਾਰ ਕੀਤਾ ਗਿਆ ਸੀ, ਜਿਸ ਕਾਰਨ ਕਰਕੇ ਮਲੇਰਕੋਟਲਾ ਉਸ ਵਕਤ ਛੱਡ ਦਿੱਤਾ ਗਿਆ ਸੀ। ਇਨਸਾਨੀਅਤ ਉਸ ਤੋਂ ਬਾਅਦ ਵੀ ਹਜੇ ਤੱਕ ਜਿਹੜਾ ਹੈ, ਭਾਵੇਂ ਸਮੇਂ ਦੇ ਮੁਤਾਬਕ ਸਭ ਚੀਜ਼ਾਂ ਬਣਦੀਆਂ ਰਹੀਆਂ। 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਹੈ, 1947 ਦੇ ਵਿੱਚ ਦੇਸ਼ ਦੀ ਵੰਡ ਹੋਈ ਹੈ। ਇਹ ਦੇਸ਼ ਦੀ ਵੰਡ ਸਮੇਂ ਮਲੇਰਕੋਟਲੇ ਦੇ 4 ਚਫੇਰੇ ਸਿੱਖਾਂ ਨੇ ਪਹਿਰਾ ਲਾ ਕੇ ਰੱਖਿਆ ਸੀ ਤਾਂ ਕਿ ਇਸ ਮਲੇਰਕੋਟਲੇ ਦੇ ਉੱਪਰ ਕੋਈ ਵੀ ਬੰਦਾ ਵਾਰ ਨਾ ਕਰ ਸਕੇ। 1947 ਦੇ ਵਿੱਚ ਸਿੱਖਾਂ ਨੇ ਫਿਰ ਵਸਾ ਲਿਆ ਸੀ ਮਲੇਰਕੋਟਲਾ, ਇਹਨੂੰ ਉੱਜੜ ਨਹੀਂ ਦਿੱਤਾ ਸੀ। ਇਹਦੇ ਪਹਿਰੇ ਲਾਏ ਸੀ 4 ਚਫੇਰੇ। ਇਸ ਵੇਰ ਅਨੂਪ ਕੌਰ ਦਾ ਸੰਸਕਾਰ ਕੀਤਾ ਗਿਆ, ਜਿਹਦਾ ਅਨੂਪ ਕੌਰ ਦਾ ਪਿੰਜਰ ਦੇਣ ਦੇ ਬਦਲੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਮਲੇਰਕੋਟਲੇ ਨੂੰ ਉਜਾੜਨ ਤੋਂ ਛੱਡ ਦਿੱਤਾ ਸੀ। ਇਸ ਦਾ ਪਿਛੋਕੜ ਸੀ ਜਿਹੜਾ ਕਿ ਉਹਨੇ ਹਾਂ ਦਾ ਨਾਰਾ ਮਾਰਿਆ, ਪਰ ਉਹਦੇ ਕਾਰਨ ਕੋਈ ਨਾ ਕੋਈ ਜ਼ਰੂਰ ਛੁਪਿਆ ਹੁੰਦਾ। ਇਹ ਕੁਝ ਰਹੁ ਰੀਤ ਰਿਵਾਜ ਨੇ ਸਮਾਜ ਦੇ ਵਿੱਚ ਜਿਹੜੇ ਚੱਲ ਰਹੇ ਨੇ, ਜਿਹੜੇ ਉਹਨਾਂ ਸਮਿਆਂ ਦੇ ਵਿੱਚ ਜ਼ਾਲਮ ਸਰਕਾਰ ਨੇ ਬਹੁਤ ਸਾਰੇ ਚਲਾਏ ਹੋਏ ਸੀ। ਔਰ ਕਾਜੀ ਨੇ ਇੱਕ ਧਾਰਮਿਕ ਮਨੁੱਖ ਨੇ ਲਾਇਆ ਸੀ ਸਾਹਿਬਜ਼ਾਦਿਆਂ ਤੇ ਫਤਵਾ ਇਹ ਲਾਇਆ ਸੀ, ਕਹਿੰਦੇ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ। ਜਦ ਇਹ ਕਾਜੀ ਨੇ ਫਤਵਾ ਲਾਇਆ ਤੇ ਕਾਜੀ ਦਾ ਲੱਗਿਆ ਹੋਇਆ ਫਤਵਾ ਇੱਕ ਧਾਰਮਿਕ ਬੰਦੇ ਦਾ ਪ੍ਰਵਾਨ ਹੋ ਗਿਆ, ਕਿਉਂਕਿ ਸਾਰੇ ਇਹ ਚਾਹੁੰਦੇ ਸੀ ਉੱਥੇ ਕੋਈ ਸਾਹਿਬਜ਼ਾਦਿਆਂ ਦਾ ਹਮੈਤੀ ਥੋੜ੍ਹਾ ਬੈਠਾ ਸੀਗਾ, ਕੋਈ ਹਮੈਤੀ ਨਹੀਂ ਸੀ ਉਸ ਵਕਤ ਬੈਠਾ ਹੋਇਆ ਕਚਹਿਰੀ ਦੇ ਵਿੱਚ। ਸਾਰੇ ਚਾਹੁੰਦੇ ਸੀ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ, ਕਿਉਂਕਿ ਉਹਨਾਂ ਨੇ ਤਸੀਹੇ ਵੀ ਦਿੱਤੇ, ਸਾਹਿਬਜ਼ਾਦਿਆਂ ਨੂੰ ਉਹਨਾਂ ਨੇ ਲਾਡ ਵੀ ਲੜਾ ਕੇ ਦੇਖਿਆ ਸੀ। ਉਹਨਾਂ ਨੂੰ ਇਹ ਵੀ ਗੱਲ ਕਹਿ ਕੇ ਦੇਖੀ ਸੀ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤੁਸੀਂ ਕੀ ਕਰੋਗੇ। ਫਿਰ ਸਾਹਿਬਜ਼ਾਦਿਆਂ ਨੇ ਕਿਹਾ ਸੀ ਕਿ ਜੇ ਸਾਨੂੰ ਛੱਡ ਦਿੱਤਾ
ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ, ਘੋੜ ਸਵਾਰੀਆਂ ਕਰਾਂਗੇ, ਨਾਲ ਸਿੰਘਾਂ ਨੂੰ ਰੱਖਾਂਗੇ, ਜਥੇ ਬਣਾਵਾਂਗੇ, ਫਿਰ ਅਸੀਂ ਜ਼ਬਰ ਤੇ ਜ਼ੁਲਮ ਦੇ ਵਿਰੁੱਧ ਟੱਕਰ ਹੈ ਜਿਹੜੀ ਉਹ ਲੈਂਦੇ ਰਵਾਂਗੇ। ਫਿਰ ਉੱਥੇ ਸੀ ਜਿਹੜਾ ਕਚਹਿਰੀਆਂ ਦੇ ਵਿੱਚ, ਕਚਹਿਰੀ ਦੇ ਵਿੱਚ ਵੱਖੋ ਵੱਖਰੇ ਬੋਲ ਸੀ ਜਿਹੜੇ ਉਹ ਬੋਲੇ ਗਏ। ਕਿਸੇ ਨੇ ਕਿਹਾ ਸੀ, ਕਹਿੰਦੇ ਸੱਪ ਦੇ ਬੱਚੇ ਨੇ, ਇਹਨਾਂ ਦਾ ਹੁਣੇ ਸਿਰ ਕੁਚਲ ਦਿਓ ਵਰਨਾ ਇਹ ਵੀ ਵੱਡੇ ਹੋ ਕੇ ਡੰਗ ਮਾਰਨਗੇ। ਬੜਾ ਕੁਛ ਬੋਲੇ ਗਏ ਸੀ। ਕੋਈ ਇਹ 2-4 ਗੱਲਾਂ ਹੀ ਨਹੀਂ ਸਾਹਿਬਜ਼ਾਦਿਆਂ ਨੂੰ ਬੋਲੀਆਂ ਗਈਆਂ ਸੀ ਉੱਥੇ। ਕਚਹਿਰੀ ਦੇ ਵਿੱਚ ਸਾਰੇ ਦੇ ਸਾਰੇ ਦੁਸ਼ਮਣ ਨੇ ਤੇ ਵੱਖੋ ਵੱਖਰੀਆਂ ਆਵਾਜ਼ਾਂ ਸੀ ਜਿਹੜੀਆਂ ਸਭ ਦੀਆਂ ਨਿਕਲੀਆਂ ਸੀ ਉਦੋਂ, ਕਿਉਂਕਿ ਹੱਥ ਲੱਗੇ ਸੀ ਮਸਾਂ ਤੇ ਉਹਨਾਂ ਦੇ ਹੱਥ ਲੱਗੇ ਸੀ ਸਾਹਿਬਜ਼ਾਦੇ। ਤੇ ਉਹਨਾਂ ਨੂੰ ਇਹ ਸੀ ਕਿ ਇਹਨਾਂ ਸਾਹਿਬਜ਼ਾਦਿਆਂ ਰਾਹੀਂ ਹੀ ਅਸੀਂ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਾਂਗੇ। ਪਰ ਧੰਨ ਸੀ ਜਿਗਰਾਬਾਜ਼ਾਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਮਹਾਰਾਜ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦਿਆਂ ਦੇਖ ਕੇ ਵੀ ਅੱਖ ਦੇ ਵਿੱਚੋਂ ਅਥਰੂ ਨਹੀਂ ਘੇਰੇ ਸੀ। ਕਾਜੀ ਨੇ ਫਤਵਾ ਲਾਇਆ, ਜਿੰਦੇ ਨੀਆਂ ਦੇ ਵਿੱਚ ਸੀ ਜਿਹੜੀਆਂ ਨੀਆਂ ਤਿਆਰ ਕਰੀਆਂ ਗਈਆਂ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਖੜਾਇਆ ਗਿਆ ਉਹਨਾਂ ਨੀਹਾਂ ਦੇ ਵਿੱਚ। ਔਰ ਜਿਉਂ ਹੀ ਬਾਬਾ ਫਤਿਹ ਸਿੰਘ ਛੋਟੇ ਸੀ ਤੇ ਬਾਬਾ ਜੋਰਾਵਰ ਸਿੰਘ ਦੀ 9 ਸਾਲ ਦੀ ਉਮਰ ਸੀ, ਬਾਬਾ ਫਤਿਹ ਸਿੰਘ ਦੇ ਨਿਉ ਜਿਹੜੀ ਸੀ ਇਹ ਜਦੋਂ ਆਈ, ਮੁਖੜੇ ਤੱਕ ਚੰਨ ਵਰਗਾ ਮੁਖੜਾ ਬਾਬਾ ਫਤਿਹ ਸਿੰਘ ਜੀਆਂ ਦਾ, ਦੀਵਾਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਦੋਨਾਂ ਨੂੰ ਇਹਨਾਂ ਜ਼ੁਲਮ ਕਰਨ ਵਾਲੀਆਂ ਸਰਕਾਰਾਂ ਨੇ ਦੀਵਾਰ ਦੇ ਵਿੱਚ ਚਿਣ ਦਿੱਤੇ। ਕੁਝ ਸਮੇਂ ਬਾਅਦ ਉਹ ਦੀਵਾਰ ਸੀ ਜਿਹੜੀ ਉਹ ਡਿੱਗ ਪਈ ਤੇ ਸਾਹਿਬਜ਼ਾਦੇ ਵੀ ਉਹਨਾਂ ਦੀਵਾਰਾਂ ਦੇ ਉੱਪਰ ਡਿੱਗ ਪਏ। ਹਜੇ ਤੱਕ ਉਹਨਾਂ ਸਾਹਿਬਜ਼ਾਦਿਆਂ ਦੇ ਸਵਾਸ ਜਿਹੜੇ ਸੀ ਉਹ ਚੱਲ ਰਹੇ ਸੀ, ਹਜੇ ਤੱਕ ਵੀ ਚੱਲ ਰਹੇ ਸੀ। ਸਹਿਕਦੇ ਹੋਏ ਕੁਝ ਸਵਾਸ ਚੱਲਦੇ ਨੇ। ਵਜ਼ੀਰ ਖਾਨ ਨੇ ਕਿਹਾ, ਕਹਿੰਦੇ ਜੇ ਕੋਈ ਇਹਨਾਂ ਨੂੰ, ਉਹਨਾਂ ਸਮਿਆਂ ਦੇ ਵਿੱਚ ਉਹਨੇ ਇਹੀ ਬੋਲਿਆ ਸੀ ਕਿ ਜੇ ਕੋਈ ਇਹਨਾਂ ਨੂੰ ਖਤਮ ਕਰੇ ਮੈਂ ਮੂੰਹੋਂ ਮੰਗਵਾ ਇਨਾਮ ਉਹਨਾਂ ਨੂੰ ਦੇਵਾਂਗਾ। ਜਦ ਇਹ ਗੱਲ ਵਜ਼ੀਰ ਖਾਨ ਨੇ ਕਹੀ ਤੇ ਸਮਾਣੇ ਸ਼ਹਿਰ ਦੇ ਰਹਿਣ ਵਾਲੇ 2 ਜਲਾਦ ਉਹ ਕਹਿਣ ਲੱਗੇ, ਵਜ਼ੀਰ ਖਾਂ ਤੇਰੀ ਕਚਹਿਰੀ ਦੇ ਵਿੱਚ ਲੰਮੇ ਸਮੇਂ ਤੋਂ ਲੈ ਕੇ ਸਾਡਾ ਕੇਸ ਚੱਲਦਾ, ਸਾਨੂੰ ਕੇਸ ਦੇ ਵਿੱਚੋਂ ਬਰੀ ਕਰ ਦੇ, ਕਰਮ ਅਸੀਂ ਕਰ ਦਿਆਂਗੇ। ਉਹ ਕਹਿੰਦਾ ਠੀਕ ਹੈ, ਜਦ ਅਸੀਂ ਕਹੀ ਦਿੱਤਾ ਕਿ ਮੂੰਹੋਂ ਮੰਗਵਾ ਨਾ ਮਿਲੂਗਾ, ਜੇ ਤੁਸੀਂ ਇਹੀ ਮੰਗਿਆ ਮੈਂ ਤੁਹਾਡਾ ਕੇਸ ਹੈ ਜਿਹੜਾ ਉਹ ਖਤਮ ਕਰ ਦੇਣਾ ਤੇ ਤੁਸੀਂ ਇਹ ਕਰਮ ਕਰ ਦਿਓ। ਫਿਰ ਉਹਨਾਂ ਨੇ, ਕੁਝ ਇਤਿਹਾਸਕਾਰ ਇੱਥੇ ਵੱਖੋ ਵੱਖਰਾ ਜਿਹੜਾ ਆਪੋ ਆਪਣੇ ਬਿਆਨ ਦਿੰਦੇ ਨੇ ਕਿ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ, ਸਾਹਿਬਜ਼ਾਦਿਆਂ ਦੀ ਛਾਤੀ ਤੇ ਬੈਠ ਕੇ ਉਹਨਾਂ ਨੇ ਤੇ ਸਹਿਕਦੇ ਹੋਏ ਸਾਹਿਬਜ਼ਾਦਿਆਂ ਦੀਆਂ ਧੌਣਾਂ ਮਰੋੜ ਕੇ ਉਹਨਾਂ ਨੂੰ ਖਤਮ ਕੀਤਾ ਸੀ, ਸ਼ਹੀਦ ਕਰ ਦਿੱਤਾ ਗਿਆ ਸੀ। ਕੁਝ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਉਹਨਾਂ ਨੇ ਸਾਹਿਬਜ਼ਾਦਿਆਂ ਨੂੰ ਚੁੱਕ ਕੇ ਮੋਢੇ ਪਾ ਕੇ ਤੇ ਉਹਨਾਂ ਦੇ ਮੁਖੜਿਆਂ ਤੇ ਹੱਥ ਪਾ ਕੇ ਤਾਹਾਂ ਨੂੰ ਧੌਣਾ ਖਿੱਚ ਕੇ ਉਹਨਾਂ ਨੂੰ ਸ਼ਹੀਦ ਕੀਤਾ ਸੀ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੇ ਤਿੱਖੀ ਛੁਰੀ ਦੇ ਨਾਲ ਸਾਹਿਬਜ਼ਾਦਿਆਂ ਦੇ ਗਲ ਸੀ ਜਿਹੜੇ ਉਹ ਕੱਟ ਦਿੱਤੇ ਗਏ ਸੀ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਉਹਨਾਂ ਜ਼ਾਲਮ ਸਰਕਾਰਾਂ ਦੇ ਹੱਥੋਂ ਜਿੰਦਾ ਨੀਹਾਂ ਦੇ ਵਿੱਚ ਚਿਣੇ ਗਏ। ਇਹਨਾਂ 2 ਜਲਾਦਾਂ ਨੇ ਇਹਨਾਂ ਨੇ ਇਹ ਕਾਰਜ ਕੀਤਾ ਸੀ। ਸਾਹਿਬਜ਼ਾਦਿਆਂ ਨੂੰ ਜਿੰਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਦੋਨੇ ਜਲਾਦ ਸਮਾਣੇ ਸ਼ਹਿਰ ਦੇ ਰਹਿਣ ਵਾਲੇ ਸੀ ਤੇ ਸਮਾਣੇ ਸ਼ਹਿਰ ਦਾ ਹੀ ਉਹ ਜਲਾਦ ਰਹਿਣ ਵਾਲਾ ਸੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਸੀ। ਹਲੱਬ ਤੇ ਅਲੱਬ ਦੇਸ਼ ਦੀਆਂ ਜਿਹੜੇ ਤਲਵਾਰਾਂ ਲੈ ਕੇ ਆਏ ਸੀ ਉਹ ਵੀ ਦੋਵੇਂ ਸਮਾਣੇ, ਕਿਉਂਕਿ ਜਿਹੜਾ ਇਹ ਪੰਜਾਬ ਦੇ ਵਿੱਚ ਸਮਾਣਾ ਸ਼ਹਿਰ ਹੈ ਇਹ ਪਹਿਲਾਂ ਤੋਂ ਲੈ ਕੇ ਹੀ ਜਲਾਦਾਂ ਦਾ ਸ਼ਹਿਰ ਮੰਨਿਆ ਗਿਆ। ਇੱਥੇ ਜਲਾਦ ਜਿੰਨੇ ਹੋ ਸੀ ਇਹ ਸਭ ਦੇ ਸਭ ਇੱਥੇ ਪੈਦਾ ਹੁੰਦੇ ਸੀ। ਇਸੇ ਲਈ ਜਿਹੜਾ ਬਾਕੀ ਜਗ੍ਹਾ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਤਲਵਾਰ ਦੇ ਨਾਲ, ਹਥਿਆਰਾਂ ਦੇ ਨਾਲ ਜੰਗਾਂ ਕੀਤੀਆਂ ਨੇ, ਸਭ ਨੂੰ ਜਿੱਤਿਆ, ਪਰ ਇੱਕੋ ਇੱਕ ਸਮਾਣਾ ਸ਼ਹਿਰ ਹੈ ਜਿਹੜੇ ਸਮਾਣੇ ਸ਼ਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਰੇ ਉੱਥੇ ਜਲਾਦਾਂ ਨੂੰ ਪਹਿਲਾਂ ਖਤਮ ਕੀਤਾ। ਉਸ ਤੋਂ ਬਾਅਦ ਸੀ ਜਿਹੜੇ ਉਹਨਾਂ ਦੇ ਘਰ ਸੀ ਜਿਹੜੇ ਉਹਨਾਂ ਨੂੰ ਢਹਿ ਢੇਰੀ ਕੀਤਾ ਗਿਆ।
फिर जदों ये समाने शहर दे विचों बाबा बंदा सिंह बहादुर निकलण लगे बाहर, ते बाहर निकलण लग्या ने बाबा बंदा सिंह बहादुर ने सारे शहर नूं सी जिहड़ा वो अग ला के जमें बिल्कुल खत्म कर दिता सी, सवा बना दिता सी, ताकि आने वाले समय दे विच इत्थे कोई जलाद पैदा ना होवे। हुण भाई साखियां तां सुन लैने आ, पर जिन्नी लम्मी सोच अकाल पुरख साडे वास्ते सोच गए इन्नी कोई नहीं सोच सकता। चेते रखना इत्थों तक सोच सी गुरु गोबिंद सिंह महाराज ने बाबा बंदा सिंह बहादुर नूं दे के तोरी कि जेड़े साडे आउण वाले सिख होणगे उन्हां दे बाप नूं, उन्हां दी मां नूं, उन्हां दे छोटे छोटे साहिबजादियां नूं कोई खत्म ना कर सके। ये सोच बाबा बंदा सिंह बहादुर ने सोची सी। लंबे समय तक इस पंजाब की धरती दे विच कोई जलाद पैदा ना होवे, तां समाने शहर नूं अग लाई सी। अज असीं बैठे हैं सारे बुढ़े सुखी है ना। अज साडे बच्चे ने बैठे ने रजाइयां दे विच सुखी ने, किहदे कारण करके हैं? अपने आप सुखी हो गए। ये गुरु गोबिंद सिंह महाराज जियां दी बहुत वड्डी ते लंबी सोच का सदका अज असीं अपने घरां दे विच सुखी बैठे हैं। वरना जे उसे दिन समाने शहर नूं बिल्कुल ना खत्म किया जाता तो समाने शहर दे विच अज भी जलाद पैदा होने सी। बिल्कुल ही कि आने वाले समय दे विच कोई भी जलाद इस पंजाब की धरती ते पैदा होवे ही ना, एडी सोच सी महाराज दी, गुरु गोबिंद सिंह महाराज दी। अज सारी दुनिया कही जाती है जो कुछ कर लिया ये मैं कर लिया, इन्ना कुछ सारा कुछ तू ही कर लिया, सब कुछ असीं कीता। कोई नहीं ये गल कहंदा भी ना भाई मेरे घर दे विच मेरे कोले घर हैगा, परिवार हैगा, सारा कुछ मेरे कोल है। ये गुरु गोबिंद सिंह महाराज ने मेहर की है, तां ये सब कुछ अज मेरा घर वसदा रसदा है। उन्हां समयां दे विच काजी ने लाया फतवा ते इन्हां साहिबजादियां नूं शहीद कर दिता गया और साहिबजादियां नूं शहीद किया। साहिबजादियां दे जिहड़ा एक सेवक सी महाराज दा, माता गुजर कौर जियां दे जिहड़ा बुरज दे पिछे दे पौड़ी ला के चढ़दा हुंदा सी मोती राम मेहरा, अज गया दुध लैके। माता कहन लगी मोती दुध लैके आउना, इन्ना रिस्क लैना जिंदगी दा, इत्थे कहंदे साम के रख दे, मेरे साहिबजादे आउणगे असीं इकट्ठियां दुध पीवांगे। ते मोती राम मेहरे नूं इस गल दा पता सी। मोती कहन लग्या माता जी कहंदे तुसीं दुध छक लो, तुसीं दुध छक लो, साहिबजादे जदों आउणगे उदों दुध छक लेंगे। धन पर धन सी वो माता गुजर कौर जी, जिन्हां दे पोतरे भी गुरु, पुत भी गुरु, पति भी गुरु, सहुरा भी गुरु, दाद सहुरा भी गुरु, जिन्हां दे गुरुआं पैगंबरां दी पीढ़ी दर पीढ़ी चली आई सी। धन सी वो माता गुजर कौर जी, उन्हां तो कुछ छुपिया नहीं होया सी, उन्हां तो कुछ भी छुपिया नहीं होया सी, सब कुछ माता गुजरी नूं पता सी। कहन लगी मोती तेरी सेवा परवान होगी, दुध लेके आया। फिर मोती राम मेहरे तो मोती राम मेहरे दी जवानों ये गल निकल गई। कहन लगे माता जी जेड़े पोतरिਆਂ ਨੂੰ तू उडीकदी है अज तो बाद तेरे चन्न वर्गे पोतरे हुण तेरी गोद विच नहीं आउणे। ਉਹ ਤਾਂ ਜ਼ਾਲਮ ਸਰਕਾਰਾਂ ਨੇ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਮਾਤਾ ਤੇਰੇ ਪੋਤਰੇ ਹੁਣ ਤੇਰੀ ਗੋਦ ਦੇ ਵਿੱਚ ਨਹੀਂ ਆਉਣਗੇ। ਜਦ ਇਹ ਗੱਲ ਮੋਤੀ ਰਾਮ ਮਹਿਰੇ ਨੇ ਹੰਝੂਆਂ ਦੇ ਨਾਲ ਰੋਂਦਿਆਂ ਰੋਂਦਿਆਂ ਕਹੀ ਤੇ ਕਹਿਣ ਲੱਗੀ ਮਾਤਾ ਗੁਜਰ ਕੌਰ ਜੀ ਕਹਿਣ ਲੱਗੇ ਸ਼ੁਕਰ ਹੈ ਦਾਤਿਆ ਤੇਰਾ ਕਿ ਜਿਹੜੀ ਤੇਰੀ ਅਮਾਨ ਸੀ ਉਹ ਤੇਰੀ ਝੋਲੀ ਦੇ ਵਿੱਚ ਪਾ ਦਿੱਤੀ ਹੈ। ਲੈ ਅੱਜ ਤੋਂ ਬਾਅਦ ਮੇਰੀ ਜ਼ਿੰਮੇਵਾਰੀ ਖਤਮ ਹੈ। ਉਸੇ 10ਵਾਂ ਦਵਾਰ ਚੜਾ ਕੇ ਮਾਤਾ ਗੁਜਰ ਕੌਰ ਜੀ ਵੀ ਉਸੇ ਬੁਰਜ ਦੇ ਵਿੱਚ ਹੀ ਸ਼ਹੀਦ ਹੋ ਗਏ ਸੀ।
ਠੰਡੇ ਬੁਰਜ ਦੇ ਵਿੱਚ ਸ਼ਹੀਦ ਹੋਏ ਮਾਤਾ ਗੁਜਰੀ। ਜ਼ਿੰਮੇਵਾਰੀ ਸਾਰੀ ਨਿਭਾ ਦਿੱਤੀ। ਪੁੱਤ ਦਾ ਪਤਾ ਨਹੀਂ ਕਿੱਥੇ ਹੈ, ਪੋਤਰਿਆਂ ਦਾ ਵੱਡਿਆਂ ਦਾ ਨਹੀਂ ਪਤਾ ਕਿੱਥੇ ਹੈ। ਮਣੀ ਸਿੰਘ ਜੀਆਂ ਦੇ ਨਾਲ ਮਹਾਰਾਜ ਜੀਆਂ ਦੇ ਮਹਿਲ ਚਲੇ ਗਏ ਦਿੱਲੀ ਵੱਲ। ਅੱਜ ਸਾਹਿਬਜ਼ਾਦੇ ਤੋਰੇ ਮਾਤਾ ਗੁਜਰ ਕੌਰ ਜੀਆਂ ਨੇ, ਔਰ ਨਾਲ ਸੀ ਜਿਹੜਾ ਆਪਣੀ ਵੀ ਸ਼ਹਾਦਤ ਮਾਤਾ ਗੁਜਰ ਕੌਰ ਜੀਆਂ ਨੇ ਦਿੱਤੀ ਹੈ। ਤਕਰੀਬਨ ਮੈਨੂੰ ਲੱਗਦਾ ਬਹੁਤ ਸਮਾਂ ਹੋ ਗਿਆ ਸਾਨੂੰ ਇਹ ਸਾਖੀਆਂ ਪ੍ਰਮਾਣ ਇਤਿਹਾਸ ਸੁਣਦਿਆਂ ਨੂੰ। ਇੱਕ ਅੰਦਾਜ਼ਾ ਲਾ ਲਿਆ ਕਰੋ, ਮੈਂ 2 ਮਿੰਟਾਂ ਸਮਾਪਤੀ ਕਰਾਂ। 1 ਸਾਲ ਪਹਿਲਾਂ, ਅੱਜ ਤੋਂ 1 ਸਾਲ ਪਹਿਲਾਂ, ਇਹਨਾਂ ਦਿਨਾਂ ਦੇ ਵਿੱਚ ਅਸੀਂ ਇੱਥੇ ਹੀ ਸੀਗੇ, ਅੱਜ ਵੀ ਇੱਥੇ ਹਾਂ। 1 ਸਾਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿੰਨਾ ਕੁ ਸਾਹਿਬਜ਼ਾਦਿਆਂ ਦੇ ਵੱਲ ਬਦਲਾਅ ਕਰਕੇ ਲੈ ਕੇ ਆਏ ਹਾਂ। ਕਿੰਨਾ ਕੁ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਆਈ ਹੈ। ਕਿੰਨਾ ਕੁ ਅਸੀਂ ਸਿਮਰਨ ਬੰਦਗੀ ਕਰਨਾ ਸ਼ੁਰੂ ਕਰ ਦਿੱਤਾ। ਕਿੰਨਾ ਕੁ ਅਸੀਂ ਇਤਿਹਾਸ ਸੁਣਨਾ ਸ਼ੁਰੂ ਕਰ ਦਿੱਤਾ ਹੈ, ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਕੀ ਬਦਲਾਅ ਲੈ ਕੇ ਆਏ ਹਾਂ। ਬਦਲਿਆ ਤੇ ਕੁਛ ਵੀ ਨਹੀਂ ਹੈ। ਕੰਧਾਂ ਕੋਠੇ ਬਦਲੇ ਨੇ, ਸਾਡਾ ਹੋਰ ਕੁਛ ਨਹੀਂ ਬਦਲਿਆ। ਮਾਫ਼ ਕਰਨਾ, ਜਾਂ ਕਿਸੇ ਦੇ ਕੱਪੜੇ ਬਦਲ ਗਏ ਹੋਣੇ ਵੀ, ਸਾਲ ਪਹਿਲਾਂ ਥੋੜ੍ਹੇ ਜਿਹੇ ਘੱਟ ਪਾਉਂਦੇ ਸੀ ਹੁਣ ਜ਼ਿਆਦਾ ਪਾਉਣ ਲੱਗ ਗਏ। ਜਾਂ ਕਿਸੇ ਦਾ ਖਾਣਾ ਪੀਣਾ ਬਦਲ ਗਿਆ ਹੋਣਾ ਵੀ, ਸਾਲ ਪਹਿਲਾਂ ਉਹਨਾਂ ਕੋਲੇ ਪੈਸੇ ਘੱਟ ਹੁੰਦੇ ਸੀ ਹੁਣ ਵੱਧ ਹੋ ਗਏ, ਹੁਣ ਉਹਨਾਂ ਨੇ ਜ਼ਿਆਦਾ ਪਦਾਰਥ ਖਾਣੇ ਪੀਣੇ ਸ਼ੁਰੂ ਕਰ। ਬਾਕੀ ਤਾਂ ਕੁਛ ਵੀ ਨਹੀਂ ਬਦਲਿਆ ਹਜੇ ਤੱਕ। ਬਦਲਿਆ ਨਹੀਂ ਨਾ ਕੁਛ ਵੀ ਹਜੇ ਤੱਕ ਨਹੀਂ ਬਦਲਿਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਕਹਿੰਦੇ ਨੇ, ਗੁਰਮੁਖਾ ਜੇ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਜੋ ਉਹਨਾਂ ਨੇ, ਪਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੇ ਯਤਨ ਤੇ ਕਰ ਮਾੜੇ ਮੋਟੇ। ਕੁਛ ਤੇ ਚੱਲ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ, ਪਰ ਨਹੀਂ ਚੱਲਦੇ ਸੀ। ਮਾਫ਼ ਕਰਨਾ, ਇਹਨਾਂ ਦਿਨਾਂ ਦੇ ਵਿੱਚ ਚਲੋ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਤਕਰੀਬਨ ਸਮਾਂ ਅੰਦਾਜ਼ੇ ਦੇ ਮੁਤਾਬਕ ਬਣਦਾ ਹੈ ਦਿਨ ਦਾ 11:15 ਤੋਂ ਲੈ ਕੇ 11:30 ਵਜੇ ਤੱਕ। ਇਹ ਪੌਣੇ ਘੰਟੇ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ। ਇਸ ਪੌਣੇ ਘੰਟੇ ਦੇ ਵਿੱਚ ਨੀਹਾਂ ਚੜੀਆਂ ਉਹਨਾਂ ਨੇ, ਸਾਹਿਬਜ਼ਾਦਿਆਂ ਨੇ ਡਿੱਗੇ, ਫਿਰ ਵਜ਼ੀਰ ਖਾਨ ਨੇ ਉਹਨਾਂ ਜਲਾਦਾਂ ਨਾਲ ਗੱਲ ਕੀਤੀ, ਫਿਰ ਜਲਾਦਾਂ ਨੇ ਸ਼ਹੀਦ ਕੀਤੇ। ਇਹ ਪੌਣਾ ਘੰਟਾ ਬਣਦਾ ਹੈ ਤਕਰੀਬਨ ਅੰਦਾਜ਼ਨ ਮੁਤਾਬਕ। ਹਰ ਇੱਕ ਸਿੱਖ ਦਾ ਇਹ ਫਰਜ਼ ਬਣਦਾ ਹੈ, ਕਮ ਸੇ ਕਮ ਨਾ ਵਾਲਾ ਕਿਸੇ ਨੇ ਕੰਮ ਨਹੀਂ ਛੱਡਣਾ, ਕਿਸੇ ਨੇ ਆਪਣਾ ਘਰ ਨਹੀਂ ਛੱਡਣਾ, ਪਰਿਵਾਰ ਨਹੀਂ ਛੱਡਣਾ, ਪਸ਼ੂ ਡੰਗਰਾਂ ਦੇ ਕੰਮ ਧੰਦੇ ਨਹੀਂ ਛੱਡਣੇ, ਖੇਤੀ ਦੇ ਕੰਮ ਧੰਦੇ ਨਹੀਂ ਛੱਡਣੇ, ਕੁਝ ਵੀ ਨਹੀਂ ਛੱਡਣਾ। ਪਰ ਕਮ ਸੇ ਕਮ ਜਿੱਥੇ ਵੀ ਬੈਠੇ ਹੋ, ਜਿੱਥੇ ਵੀ ਖੜੇ ਹੋ, ਪਸ਼ੂਆਂ ਦੇ ਵਿੱਚ ਕੰਮ ਕਰਦੇ ਹੋ, ਖੇਤਾਂ ਦੇ ਵਿੱਚ ਕੰਮ ਕਰਦੇ ਹੋ, ਮਜ਼ਦੂਰੀ ਕਰਦੇ ਹੋ, ਦਫ਼ਤਰਾਂ ਦੇ ਵਿੱਚ ਬੈਠੇ ਹੋ, ਜਿੱਥੇ ਵੀ ਖੜੇ ਬੈਠੇ ਹੋ, ਤੁਸੀਂ ਹਰ ਇੱਕ ਜਗ੍ਹਾ ਤੇ ਇਹਨਾਂ ਦਿਨਾਂ ਦੇ ਵਿੱਚ ਇਹ ਪੌਣਾ ਘੰਟਾ ਸਿਮਰਨ ਕਰੋ ਹੀ ਕਰੋ। ਇਹ ਸਾਡੀ ਜ਼ਿੰਦਗੀ ਵਾਸਤੇ ਲਾਜ਼ਮੀ ਹੈ। ਅਸੀਂ ਸਤਨਾਮ ਵਾਹਿਗੁਰੂ ਨਹੀਂ ਕਰ ਸਕਦੇ ਤੇ ਸਾਹਿਬਜ਼ਾਦਿਆਂ ਨੇ, ਤੇ ਉਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਦੇ ਵੱਡੇ ਸਾਹਿਬਜ਼ਾਦਿਆਂ ਨੇ ਆਪਣੇ ਇਹਨਾਂ ਸਰੀਰਾਂ ਦੇ ਟੁਕੜੇ ਕਰਵਾ ਲਏ ਸੀ ਸਾਡੇ ਵਾਸਤੇ। ਅਸੀਂ ਇੰਨਾ ਤਾਂ ਕਰ ਹੀ ਸਕਦੇ ਹਾਂ, ਕਮ ਸੇ ਕਮ ਇੰਨਾ ਤਾਂ ਕਰ ਹੀ ਸਕਦੇ ਹਾਂ, ਪਰ ਨਹੀਂ, ਅਸੀਂ ਕਰਦੇ ਨਹੀਂ ਹਾਂ। ਇਹ ਸਿਮਰਨ ਬੰਦਗੀ ਹਰ ਇੱਕ ਦਾ ਫਰਜ਼ ਬਣਦਾ ਹੈ। ਇਹਨਾਂ ਦਿਨਾਂ ਦੇ ਵਿੱਚ ਸਮੇਂ ਦੇ ਮੁਤਾਬਕ ਹੈ ਜਿਹੜੀਆਂ ਇਹ ਗੱਲਾਂ ਸਾਰੀਆਂ ਸੋਭਨੀਕ ਬਣਦੀਆਂ ਨੇ। ਸਾਨੂੰ ਹਰ ਇੱਕ ਬੰਦੇ ਨੂੰ ਸਿਮਰਨ ਬੰਦਗੀ ਦੇ ਵਿੱਚ ਲੱਗਣਾ ਚਾਹੀਦਾ ਹੈ। ਕੱਲਾ ਤੁਸੀਂ ਇਸੇ ਗੱਲ ਤੇ ਨਾ ਖੜੇ ਰਹੋ ਕਿ ਹਾਂ ਜੀ ਅਸੀਂ ਤਾਂ ਗੁਰਦੁਆਰੇ ਜਾਂਦੇ ਹਾਂ। ਇਹ ਗੁਰਦੁਆਰੇ ਨੇ, ਮਾਫ਼ ਕਰੋਗੇ ਮੈਨੂੰ, ਇੱਕ ਵਾਰੀ ਗੁਰਦੁਆਰਾ ਕਿਸੇ ਦੇ ਨਾਲ ਗਿਆ ਅੱਜ ਤੱਕ ਨਹੀਂ ਨਾ ਜਾਂਦਾ, ਤੇ ਗਿਆ ਵੀ ਨਹੀਂ ਤੇ ਜਾਂਦਾ ਵੀ ਨਹੀਂ, ਇੱਥੇ ਹੀ ਰਹਿਣਾ ਇਹਨੇ। ਇੱਥੇ ਅਸੀਂ ਕੁਝ ਨਾ ਕੁਝ ਸਿੱਖਣ ਆਏ ਹਾਂ। ਸਿਮਰਨ ਬੰਦਗੀ ਜਿਹੜਾ ਤੁਹਾਡਾ ਕੀਤਾ ਹੋਊਗਾ ਇੱਥੇ ਬੈਠ ਕੇ, ਭਾਵੇਂ ਘਰਾਂ ਦੇ ਵਿੱਚ, ਉਹ ਨਾਲ ਜਾਣਾ ਮਨੁੱਖ ਦੀ, ਕਿ ਹਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਸਾਹਿਬ ਦੇ ਬਚਨ ਸੁਣੇ ਤੇ ਉਹਨਾਂ ਬਚਨਾਂ ਨੂੰ ਸੁਣ ਕੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰ ਲਏ। ਉਹ ਕੀਤਾ ਹੋਇਆ ਸਿਮਰਨ ਬੰਦਗੀ ਮਨੁੱਖ ਦੇ ਨਾਲ ਜਾਣਾ ਹੈ। ਮੈਨੂੰ ਮਾਫ਼ ਕਰਿਓ, ਦੁਨੀਆ ਦੀ ਰੱਤੀ ਭਰ ਵੀ ਚੀਜ਼ ਹੈ ਮਨੁੱਖ ਦੇ ਨਾਲ ਕਦੇ ਨਹੀਂ ਜਾਵੇਗੀ। ਰੱਤੀ ਭਰ ਵੀ ਚੀਜ਼ ਅੱਜ ਤੱਕ ਤਾਂ ਕਿਸੇ ਦੇ ਨਾਲ ਨਹੀਂ ਗਈ, ਤੇ ਜੇ ਹੁਣ ਕੋਈ ਪੰਡਾ ਮੰਨ ਕੇ ਕਹਿ ਦੂਗਾ ਮੈਂ ਨਾਲ ਲੈ ਕੇ ਜਾਊਂ ਤਾਂ ਫਿਰ ਲੈ ਕੇ ਜਾ ਕੇ ਦੇਖ ਲਿਓ ਕੋਈ ਨਾ ਕੋਈ। ਪਰ ਇਹ ਕੁਝ ਵੀ ਸਾਡੇ ਨਾਲ ਨਹੀਂ ਜਾਣਾ। ਕੀਤਾ ਹੋਇਆ ਸਿਮਰਨ, ਕੀਤੇ ਹੋਏ ਬੰਦਗੀ, ਕੀਤੇ ਹੋਏ ਮਹਾਰਾਜ ਦੇ ਘਰ ਦੀ ਸੇਵਾ,
ਇਹ ਸਾਡੇ ਨਾਲ ਜਾਣੀ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਮਾਤਾ ਗੁਜਰ ਕੌਰ ਜੀ ਸ਼ਹੀਦ ਹੋਏ। ਬਾਕੀ ਦਾ ਇਤਿਹਾਸ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਸਮਾਪਤੀ ਦਾ ਸਮਾਂ। ਭੁੱਲਾਂ ਚੁੱਕਾਂ ਦੀ ਖਿਮਾ ਆਈਆਂ ਸੰਗਤਾਂ ਦਾ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।